ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਚੰਗੇ ਸਮੇਂ ਦੇ ਲਈ ਕਿ ਉਹਨੇ ਸਾਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਕਿ ਅਸੀਂ ਇਕੱਠੇ ਹੋ ਸਕੀਏ ਔਰ ਉਹਦੇ ਨਾਮ ਦੀ ਮਹਿਮਾ ਕਰ ਸਕੀਏ। ਸਾਡੀ ਜੋ ਸਟੱਡੀ ਚੱਲ ਰਹੀ ਹੈ ਰਿਪੈਂਟੈਂਸ ਦੇ ਉੱਤੇ, ਮਨ ਫਿਰਾਓ। ਹਾਲੇਲੂਇਆ। ਬੀਤੇ ਦਿਨਾਂ ਦੇ ਵਿੱਚ ਅਸੀਂ ਸਿੱਖਿਆ ਸੀਗਾ ਕਿ ਪਾਪ ਦੇ ਵਿੱਚ ਅਸੀਂ ਛੋਟਾ ਵੱਡਾ ਕਰਕੇ ਨਹੀਂ ਦੇਖਣਾ। ਪਾਪ ਪਾਪ ਹੈ, ਅਸੀਂ ਪਾਪ ਨੂੰ ਡਿਫਰੈਂਸ਼ੀਏਟ ਨਹੀਂ ਕਰਨਾ। ਹਾਲੇਲੂਇਆ। ਹਾਲੇਲੂਇਆ। ਹੁਣ ਜੇ ਪਾਪ ਨੂੰ ਅਸੀਂ ਛੋਟਾ ਵੱਡਾ ਡਿਫਰੈਂਸ਼ੀਏਟ ਨਹੀਂ ਕਰਨਾ, ਬਾਈਬਲ ਪਾਪ ਨੂੰ ਇੱਕ ਤਰੀਕੇ ਦੇ ਨਾਲ ਡਿਫਰੈਂਸ਼ੀਏਟ ਕਰਦੀ ਹੈ, ਅਸੀਂ ਉਹਦੇ ਵੱਲ ਦੇਖਾਂਗੇ। ਹਾਲੇਲੂਇਆ। ਬਾਈਬਲ ਦੇ ਅਕੋਰਡਿੰਗ ਦੋ ਤਰ੍ਹਾਂ ਦੇ ਪਾਪ ਹਨ। ਅਸੀਂ ਇੱਕ ਤਰ੍ਹਾਂ ਦੇ ਪਾਪ ਦੀ ਤਾਂ ਹਮੇਸ਼ਾ ਅੱਜ ਤੱਕ ਮਾਫੀ ਮੰਗਦੇ ਆਏ ਹਾਂ, ਔਰ ਦੂਸਰੇ ਪਾਪ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਰ ਵੀ ਰਹੇ। ਹਾਲੇਲੂਇਆ। ਅੱਜ ਉਸ ਪਾਪ ਦੇ ਬਾਰੇ ਦੇਖਾਂਗੇ ਸ਼ਾਇਦ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੋਵੇ। ਹਾਲੇਲੂਇਆ। ਹਾਲੇਲੂਇਆ। ਸੋ ਬਾਈਬਲ ਕਹਿੰਦਾ ਹੈ, ਖੋਲੀਏ ਮੇਰੇ ਨਾਲ ਮਤੀ ਦੀ ਅੰਜੀਲ, ਉਹਦਾ 25 ਅਧਿਆਏ, ਉਹਦੀ 41 ਤੋਂ ਲੈ ਕੇ 45 ਤੱਕ। The book of Matthew, तब वह बाईं ओर वालों से कहेगा, हे शापित लोगों, मेरे सामने से उस अनंत आग में चले जाओ जो शैतान और उसके दूतों के लिए तैयार की गई है। क्योंकि मैं भूखा था और तुमने मुझे खाने को नहीं दिया, मैं प्यासा था, तुमने मुझे पानी नहीं पिलाया, मैं परदेसी था, तुमने मुझे अपने घर में नहीं ठहराया, मैं नंगा था और तुमने मुझे कपड़े नहीं पहनाए, मैं बीमार था और बंदी गृह में था और तुमने मेरी सुधि ना ली। तब वे उत्तर देंगे, हे प्रभु, हमने तुझे कब भूखा या प्यासा या परदेसी या नंगा या बीमार या बंदी गृह में देखा और तेरी सेवा टहल ना की। तब वह उन्हें उत्तर देगा, मैं तुमसे सच सच कहता हूँ, तुमने जो मेरे इन छोटों से छोटों में से किसी एक के साथ नहीं किया, वह मेरे साथ भी नहीं किया। और ये अनंत दंड भोगेंगे, परंतु धर्मी अनंत जीवन में प्रवेश करेंगे। आमीन। ਹਾਲੇਲੂਇਆ। हालेलुया। ਸੋ ਇੱਥੇ ਇੱਕ ਅਲੱਗ ਪਾਪੀਆਂ ਦੀ ਕੈਟਾਗਰੀ ਹੈ ਜਿਹੜੇ ਅਨੰਤ ਦੰਡ ਭੋਗਣਗੇ। ਉਹ ਕੈਟਾਗਰੀ ਕੀ ਹੈ? ਹੁਣ ਤੱਕ ਅਸੀਂ ਸਿਰਫ ਆਹ ਸੁਣਿਆ ਹੈ ਕਿ ਤੁਸੀਂ ਉਹ ਕੰਮ ਕੀਤਾ ਹੈ ਜੋ ਨਹੀਂ ਕਰਨਾ ਚਾਹੀਦਾ ਸੀ। ਦੈਟ ਇਜ਼ ਅ ਸਿਨ। ਦੈਟ ਇਜ਼ ਅ ਸਿਨ। ਉਹਨੂੰ ਕਿਹਾ ਜਾਂਦਾ ਸਿਨ ਆਫ ਕਮਿਸ਼ਨ, ਕਿ ਜੋ ਚੀਜ਼ ਨਹੀਂ ਕਰਨੀ ਸੀ ਤੁਸੀਂ ਉਹ ਸਭ ਕੀਤਾ। These are the sin of omission. ਠੀਕ ਆ, OMISSION, sin of omissions, ਕਿ ਜੋ ਤੁਹਾਨੂੰ ਕਰਨਾ ਚਾਹੀਦਾ ਸੀ ਤੁਸੀਂ ਉਹ ਨਹੀਂ ਕੀਤਾ। ਹਾਲੇਲੂਇਆ। हालेलुया। ਪ੍ਰਭੂ ਯਿਸੂ ਕਹਿੰਦੇ, ਮੈਂ ਭੁੱਖਾ ਸੀ, ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ। ਇੱਥੇ ਯਿਸੂ ਆ ਨਹੀਂ ਕਰੇ ਕਿ ਤੁਸੀਂ ਰੋਟੀ ਨੂੰ ਲੱਤ ਮਾਰ ਦਿੱਤੀ, ਨਹੀਂ, ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ। ਮੈਂ ਪਿਆਸਾ ਸੀ, ਤੁਸੀਂ ਪਾਣੀ ਨਹੀਂ ਪਿਲਾਇਆ। ਮਤਲਬ ਪਰਮੇਸ਼ਰ ਦੇ ਜਿਹੜੇ ਭੈਣ ਭਰਾ ਤੁਹਾਡੇ ਇਰਦ ਗਿਰਦ, ਉਹਨਾਂ ਦੇ ਬਾਰੇ ਪ੍ਰਭੂ ਯਿਸੂ ਗੱਲ ਕਰਦੇ ਪਏ ਕਿ ਜੋ ਤੁਸੀਂ ਛੋਟੇ ਤੋਂ ਛੋਟੇ ਨਾ ਕੀਤਾ। ਕਹਿੰਦੇ ਮੈਂ ਜੇਲ੍ਹ ਦੇ ਵਿੱਚ ਸੀਗਾ, ਮੈਂ ਬਿਮਾਰ ਸੀ, ਤੁਸੀਂ ਮੇਰਾ ਪਤਾ ਨਹੀਂ ਲੈਣ ਆਏ। ਔਰ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਉਹ ਵੀ ਦੰਡ ਦੇ ਭਾਗੀ ਹੋਣਗੇ। ਹਾਲੇਲੂਇਆ। हालेलुया। ਅੱਜ ਤੱਕ ਅਸੀਂ ਸਿਰਫ ਇਸ ਚੀਜ਼ ਲਈ ਪ੍ਰਾਰਥਨਾ ਕਰਦੇ ਆਏ ਕਿ ਪਰਮੇਸ਼ਰ ਮੇਰੇ ਕੋਲ ਆਹ ਗਲਤੀ ਹੋਈ, ਮੈਂ ਆਹ ਕੰਮ ਕੀਤਾ, ਮੈਂ ਆਹ ਕੰਮ ਕੀਤਾ, ਇਹਨਾਂ ਕੰਮਾਂ ਦੀ ਮੈਨੂੰ ਮਾਫੀ ਦੇ, ਮੈਂ ਕਿਸੇ ਬਾਰੇ ਗਲਤ ਸੋਚਿਆ, ਮੈਨੂੰ ਮਾਫੀ ਦੇ, ਮੈਂ ਕਿਸੇ ਦਾ ਨੁਕਸਾਨ ਕੀਤਾ, ਮੈਨੂੰ ਮਾਫੀ ਦੇ, ਮੈਂ ਕਿਸੇ ਨੂੰ ਦੁਖਿਤ ਕੀਤਾ, ਮੈਨੂੰ ਮਾਫੀ ਦੇ, ਮੈਂ ਚੋਰੀ ਕੀਤੀ, ਮੈਨੂੰ ਮਾਫੀ ਦੇ, ਮੈਂ ਝੂਠ ਬੋਲਿਆ, ਮੈਨੂੰ ਮਾਫੀ ਦੇ। ਪਰ ਕਦੀ ਇਸ ਚੀਜ਼ ਲਈ ਪ੍ਰਾਰਥਨਾ ਕੀਤੀ ਕਿ ਪ੍ਰਭੂ ਮੈਂ ਉਹਦੀ ਮਦਦ ਕਰ ਸਕਦਾ ਸੀਗਾ ਪਰ ਨਹੀਂ ਕੀਤੀ, ਮੈਨੂੰ ਮਾਫੀ ਦੇ। ਹਾਲੇਲੂਇਆ। हालेलुया। ਬਹੁਤ ਸਾਰੇ ਸਿਨ ਆਫ ਓਮਿਸ਼ਨ ਕਰਦੇ ਹਾਂ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਇੰਨਾ ਧਿਆਨ ਨਹੀਂ ਦਿੰਦੇ, ਜਾਂ ਦੂਸਰੀ ਭਾਸ਼ਾ ਚ ਕਹਾਂਗਾ ਕਿ ਸਾਨੂੰ ਸਿਖਾਇਆ ਹੀ ਨਹੀਂ ਗਿਆ ਅੱਜ ਤੱਕ ਕਿ ਇਹ ਚੀਜ਼ਾਂ ਵੀ ਪਾਪ ਦੇ ਵਿੱਚ ਆਉਂਦੀਆਂ ਹਨ। ਬਾਈਬਲ ਕਹਿੰਦਾ ਹੈ ਜੇ ਤੂੰ ਭਲਾ ਕਰ ਸਕਦਾ ਹੈ ਔਰ ਭਲਾ ਨਹੀਂ ਕਰਦਾ ਤਾਂ ਤੇਰੇ ਲਈ ਪਾਪ ਹੈ। ਹਾਲੇਲੂਇਆ।
ਹਾਲੇਲੂਇਆ। ਅਸੀਂ ਬਾਈਬਲ ਪੜ੍ਹਦੇ ਹਾਂ ਪਰ ਇਹਨਾਂ ਚੀਜ਼ਾਂ ਦੇ ਵੱਲ ਕਈ ਵਾਰੀ ਗੌਰ ਨਹੀਂ ਕਰਦੇ। ਜ਼ਰੂਰੀ ਹੈ ਅਸੀਂ ਇਹਨਾਂ ਚੀਜ਼ਾਂ ਦੀ ਵੀ ਮਾਫੀ ਮੰਗੀਏ। ਅਸੀਂ ਕਹੀਏ ਪਰਮੇਸ਼ਰ ਜੋ ਚੀਜ਼ਾਂ, ਮੈਂ ਤੁਹਾਨੂੰ ਪਤਾ ਪੁਰਾਣੇ ਜਿਹੜੇ ਹੁੰਦੇ ਸੀਗੇ, ਇੱਕ ਨਾ ਐਂਜਲੀਕਨ ਚਰਚ ਹੋਇਆ ਹੈ, ਉਹਦੇ ਵਿੱਚ ਇੱਕ ਪ੍ਰੇਅਰ ਬੁੱਕ ਹੈ। ਉਸ ਪ੍ਰੇਅਰ ਬੁੱਕ ਦੇ ਵਿੱਚ ਉਹ ਪ੍ਰਾਰਥਨਾ ਕਿੱਦਾਂ ਹੁੰਦੀ ਸੀ, ਉੱਥੇ ਹੁੰਦਾ ਸੀ we did not what we ought to but did what we ought not, ਕਿ ਅਸੀਂ ਉਹ ਕੀਤਾ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਸੀਗਾ, ਪਰ ਉਹ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ। ਉਹ ਦੋਨੋਂ ਚੀਜ਼ਾਂ ਦੀ ਮਾਫੀ ਮੰਗਦੇ ਆ। ਹਾਲੇਲੂਇਆ। ਪਰ ਅਸੀਂ ਕਦੀ ਇਹਨਾਂ ਚੀਜ਼ਾਂ ਦੇ ਵੱਲ ਗੌਰ ਹੀ ਨਹੀਂ ਕੀਤਾ, ਸਾਨੂੰ ਸਮਝ ਹੀ ਨਹੀਂ ਸੀ। ਪਰ ਅੱਜ ਪਰਮੇਸ਼ਰ ਸਾਨੂੰ ਇਸ ਚੀਜ਼ ਦੇ ਬਾਰੇ ਵੀ ਸਮਝ ਦੇਣ ਜਾ ਰਿਹਾ ਹੈ। ਕਿਉਂ? ਕਿਉਂਕਿ ਬਾਈਬਲ ਕਹਿੰਦਾ ਜਿੱਦਾਂ ਜਿੱਦਾਂ ਤੁਸੀਂ ਪਰਮੇਸ਼ਰ ਦੇ ਕਰੀਬ ਆਉਂਦੇ ਜਾਓਗੇ, ਉਸ ਤਰ੍ਹਾਂ ਪਰਮੇਸ਼ਰ ਜੋ ਹੈ ਤੁਹਾਡੇ ਜੀਵਨ ਦੇ ਵਿੱਚੋਂ ਨਿੱਕੀ ਨਿੱਕੀ ਕਮੀਆਂ ਨੂੰ, ਛੋਟੀ ਛੋਟੀ ਗਲਤੀਆਂ ਨੂੰ ਵੀ ਦੂਰ ਕਰਦਾ ਜਾਵੇ। ਹਾਲੇਲੂਇਆ। ਇੱਕ ਆਤਮਿਕ ਗਰੋਥ ਦਾ ਮਤਲਬ ਕੀ ਹੈ ਕਿ ਜਦ ਤੁਹਾਨੂੰ ਹੋਰ ਜ਼ਿਆਦਾ ਤੁਸੀਂ ਪਾਪ ਦੇ ਪ੍ਰਤੀ ਹੋਰ ਜ਼ਿਆਦਾ ਸੰਵੇਦਨਾਸ਼ੀਲ ਹੁੰਦੇ ਪਏ ਹੋ, ਹੋਰ ਜ਼ਿਆਦਾ ਪਾਪ ਦੇ ਪ੍ਰਤੀ ਤੁਸੀਂ ਜਾਣੂ ਹੁੰਦੇ ਪਏ ਹੋ ਕਿ ਜਿਨ੍ਹਾਂ ਦੇ ਬਾਰੇ ਪਹਿਲਾਂ ਤੁਸੀਂ ਜਾਣਦੇ ਹੀ ਨਹੀਂ ਸੀ, ਹੁਣ ਉਹਨਾਂ ਗਲਤੀਆਂ ਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਰਿਹਾ ਹੈ। ਇਹਦਾ ਮਤਲਬ ਕਿ ਤੁਹਾਡੀ ਪਾਪ ਦੇ ਪ੍ਰਤੀ ਸੈਂਸੇਸ਼ਨ ਵਾਪਸ ਆ ਰਹੀ ਹੈ, ਵੱਧ ਰਹੀ ਹੈ। ਹਾਲੇਲੂਇਆ। ਹਾਲੇਲੂਇਆ। ਸਮਝਣਾ ਹੈ ਇਹਨਾਂ ਗੱਲਾਂ ਨੂੰ। sin of omission ਦੇ ਬਾਰੇ ਅੱਜ ਸਿੱਖ ਰਿਹਾ ਕਿ ਜਦ ਤੁਸੀਂ ਰਿਪੈਂਟੈਂਸ ਕਰਨੀ ਹੈ ਤਾਂ ਸਿਰਫ sin of commission ਨੂੰ ਲੈ ਕੇ ਨਹੀਂ ਕਰਨੀ ਹੈ, sin of omission ਨੂੰ ਲੈ ਕੇ ਵੀ ਕਰਨੀ ਹੈ ਔਰ ਉਹਨਾਂ ਚੀਜ਼ਾਂ ਨੂੰ ਸੁਧਾਰਨਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਾਈਬਲ ਦੇ ਵਿੱਚ ਜੇ ਤੁਸੀਂ ਦੇਖੋ, ਲੂਕਾ ਦੀ ਅੰਜੀਲ ਖੋਲੀਏ ਮੇਰੇ ਨਾਲ, ਉਹਦਾ 16 ਅਧਿਆਇ ਉਹਦੀ 1 ਤੋਂ ਲੈ ਕੇ 31 ਤੱਕ ਪੜ੍ਹ ਦੀजिए। ਲੂਕਾ ਦੀ ਅੰਜੀਲ 16 ਅਧਿਆਇ 19 ਤੋਂ ਲੈ ਕੇ 31 तक। एक धनवान मनुष्य था जो बैंजनी कपड़े और मलमल पहनता और प्रतिदिन सुख विलास और धूमधाम के साथ रहता था। लाजर नाम का एक कंगाल घावे भरा हुआ उसकी डेवढ़ी पर छोड़ दिया जाता था और वह चाहता था कि धनवान की मेज पर की जूठन से अपना पेट भरे, यहाँ तक कि कुत्ते भी आकर उसके घावों को चाटते थे। ऐसा हुआ कि वह कंगाल मर गया और स्वर्गदूतों ने उसे ले जाकर अब्राहम की गोद में पहुंचाया। वह धनवान भी मरा और गाड़ा गया और अधोलोक में उसके पीड़ा में पड़े हुए अपनी आंखें उठाई और दूर से अब्राहम की गोद में लाजर को देखा। तब उसने पुकार कर कहा, हे पिता अब्राहम, मुझ पर दया करके लाजर को भेज दे ताकि वह अपनी उंगली का सिरा पानी में भिगोकर मेरी जीभ को ठंडी करे, क्योंकि मैं इस ज्वाला में तड़प रहा हूँ। परंतु अब्राहम ने कहा, हे पुत्र, स्मरण कर कि तू अपने जीवन में अच्छी वस्तुएं ले चुका और वैसे ही लाजर बुरी वस्तुएं, परंतु अब वह यहाँ शांति पा रहा है और तू तड़प रहा है। इन सब बातों को छोड़ हमारे और तुम्हारे बीच एक भारी गड्ढा ठहराया गया, और जो यहाँ से उस पार तुम्हारे पास जाना चाहे वे ना जा सके और ना कोई वहां से इस पार आ सके। बस करिए। हालेलुया। हालेलुया। सो ਇੱਥੇ ਪਰਮੇਸ਼ਰ ਨੇ ਇੱਕ ਸੱਚੀ ਘਟਨਾ ਦੱਸੀ ਹੈ। ਦਿਸ ਇਜ਼ ਨਾਟ ਅ ਪੈਰੇਬਲ। ਕਈ ਲੋਕੀ ਕਹਿੰਦੇ ਹਨ ਦ੍ਰਿਸ਼ਟਾਂਤ। ਨਹੀਂ, ਆ ਦ੍ਰਿਸ਼ਟਾਂਤ ਨਹੀਂ ਹੈ, ਕਿਉਂਕਿ ਇਹਦੇ ਵਿੱਚ ਇੱਕ ਵਿਅਕਤੀ ਦਾ ਨਾਮ ਜ਼ਾਹਿਰ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹਾ ਨੇ ਇੱਕ ਸੱਚੀ ਘਟਨਾ ਦੱਸੀ ਹੈ। ਕਹਿੰਦੇ ਇੱਕ ਜਗ੍ਹਾ ਦੇ ਉੱਤੇ ਇੱਕ ਬਹੁਤ ਅਮੀਰ ਵਿਅਕਤੀ ਰਹਿੰਦਾ ਸੀ, ਔਰ ਹੁੰਦਾ ਕੀ ਸੀ ਕਿ ਇੱਕ ਉਸ ਪਿੰਡ ਦੇ ਵਿੱਚ ਬੜਾ ਹੀ ਬਿਮਾਰ ਗਰੀਬ ਵਿਅਕਤੀ ਹੁੰਦਾ ਸੀ, ਜਿਹਦੇ ਕੋਲ ਨਾ ਛੱਤ ਸੀ, ਨਾ ਕੋਈ ਇਲਾਜ ਦੇ ਪੈਸੇ ਸੀ, ਨਾ ਰੋਟੀ ਖਿਲਾਉਣ ਵਾਲਾ ਕੋਈ ਸੀ, ਕੋਈ ਪਰਿਵਾਰ ਦਾ ਵਿਅਕਤੀ ਨਹੀਂ ਸੀ। ਤਾਂ ਕੀ ਹੁੰਦਾ ਸੀ, ਲੋਕ ਉਹਨੂੰ ਉਸ ਅਮੀਰ ਦੇ ਦਰਵਾਜ਼ੇ ਦੇ ਤੇ ਲਿਜਾ ਕੇ ਛੱਡ ਦਿੰਦੇ ਹੁੰਦੇ ਸੀ। ਹੁਣ ਬਾਈਬਲ ਦੱਸਦਾ ਹੈ ਕਿ ਜਦ ਨਿਆਂ ਹੋਇਆ ਤਾਂ ਜਿਹੜਾ ਅਮੀਰ ਵਿਅਕਤੀ ਹੈ, ਮੈਂ ਅੱਜ ਕੇਵਲ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ, ਉਹ ਵਿਅਕਤੀ ਜੋ ਹੈ ਉਹ ਨਰਕ ਦੇ ਵਿੱਚ ਦਿਖਿਆ। ਕੀ ਉਹਦਾ ਗੁਨਾਹ ਇਹ ਸੀ ਕਿ ਉਹ ਅਮੀਰ ਸੀ? ਨਹੀਂ, ਅਮੀਰ ਤਾਂ ਅਬਰਾਹਮ ਵੀ ਸੀ। ਹਾਲੇਲੂਇਆ। ਹਾਲੇਲੂਇਆ। ਉਹਦਾ ਗੁਨਾਹ ਕੀ ਸੀ ਕਿ ਜਦ ਲਾਜ਼ਰ ਨੂੰ ਉਹਦੀ
ਉਹਦੇ ਦਰਵਾਜ਼ੇ ਦੇ ਉੱਤੇ ਛੱਡਿਆ ਜਾਂਦਾ ਸੀ, ਤਾਂ ਬਾਈਬਲ ਦੇ ਵਿੱਚ ਦੇਖੀਏ ਉੱਥੇ ਲਿਖਿਆ ਹੈ, ਕਹਿੰਦੇ ਕਿ ਉਸ ਵਿਅਕਤੀ ਨੇ ਲਾਜ਼ਰ ਦੇ ਲਈ ਬਾਹਰ ਇੱਕ ਛੋਟੀ ਜੀ ਕੁਟੀਆ ਤੱਕ ਨਹੀਂ ਬਣਵਾਈ। ਉਹ ਕਰ ਸਕਦਾ ਸੀ, ਬਹੁਤ ਅਮੀਰ ਸੀ। ਹਾਲੇਲੂਇਆ। ਹਾਲੇਲੂਇਆ। ਉਸ ਵਿਅਕਤੀ ਦਾ ਪਾਪ ਕੀ ਸੀ ਜਿਹਦੇ ਕਰਕੇ ਉਹ ਵਿਅਕਤੀ ਤੁਹਾਨੂੰ ਨਰਕ ਵਿੱਚ ਦਿਖ ਰਿਹਾ ਹੈ? His sin were not the sin of commission। ਉਹਨੇ ਲਾਜ਼ਰ ਨੂੰ ਜਾ ਕੇ ਲੱਤਾਂ ਨਹੀਂ ਸੀ ਮਾਰੀਆਂ, ਉਹਨੇ ਲਾਜ਼ਰ ਨੂੰ ਜਾ ਕੇ ਕੁੱਟਿਆ ਨਹੀਂ ਸੀ। ਹਾਲੇਲੂਇਆ। ਹਾਲੇਲੂਇਆ। ਉਹਨੇ ਉਹ ਨਹੀਂ ਕੀਤਾ ਜੋ ਉਹਨੂੰ ਕਰਨਾ ਚਾਹੀਦਾ ਸੀ। ਉਹ ਸੁੱਖ ਕਰਦਾ ਸੀ, ਆਪਣਾ ਖਾਂਦਾ ਪੀਂਦਾ ਸੀ। ਹਾਲੇਲੂਇਆ। ਇੱਥੇ ਕੁਝ ਨਹੀਂ ਲਿਖਿਆ ਕਿ ਉਹ ਵਿਚਾਰ ਕਰਦਾ ਸੀ ਜਾਂ ਕੁਝ ਕਰਦਾ ਸੀ, ਨਹੀਂ, ਸਾਨੂੰ ਨਹੀਂ ਪਤਾ, ਨਾ ਹੀ ਅਸੀਂ ਕਹਿ ਸਕਦੇ ਏਦਾਂ, ਕਿਉਂਕਿ ਬਾਈਬਲ ਨਹੀਂ ਕਹਿੰਦੀ ਹੈ ਕਿ ਉਹ ਵਿਚਾਰ ਕਰਦਾ ਸੀ। ਪਰ ਬਾਈਬਲ ਇਹ ਦੱਸਦਾ ਹੈ ਕਿ ਲਾਜ਼ਰ ਉਹਦੇ ਦਰਵਾਜ਼ੇ ਦੇ ਉੱਤੇ ਹੁੰਦਾ ਸੀ, ਔਰ ਉਹਨੇ ਲਾਜ਼ਰ ਦੇ ਲਈ ਇੱਕ ਛੋਟਾ ਜਿਹਾ ਕਾਟੇਜ ਨਹੀਂ ਬਣਾਇਆ, ਇੱਕ ਛੋਟੀ ਜੀ ਛੱਤ ਨਹੀਂ ਬਣਾਈ ਕਿ ਮੀਂਹ ਕਣੀ ਧੁੱਪ ਦੇ ਵਿੱਚ ਉਹ ਵਿਚਾਰਾ ਬੈਠਾ ਰਹਿੰਦਾ ਸੀ। ਉਹਦੀ ਗਲਤੀ ਸੀ। ਹਾਲੇਲੂਇਆ। ਹਾਲੇਲੂਇਆ। ਫਿਰ ਉਹਦੇ ਤੋਂ ਬਾਅਦ ਲਿਖਿਆ ਹੈ, ਜਿਹੜਾ ਉਹ ਗਰੀਬ ਸੀ, ਜੋ ਕੁਝ ਟੁਕੜੇ ਉਹਦੇ ਮੇਜ਼ ਤੋਂ ਡਿੱਗਦੇ ਸੀ, ਉਹ ਉਸ ਟੁਕੜਿਆਂ ਨਾਲ ਗੁਜ਼ਾਰਾ ਕਰਦਾ ਸੀ। ਜਿਹੜਾ ਲਾਜ਼ਰ ਸੀਗਾ ਉਹ ਉਸ ਟੁਕੜਿਆਂ ਤੇ ਗੁਜ਼ਾਰਾ ਕਰਦਾ ਸੀ। ਅਮੀਰ ਹੋ ਸਕਦਾ ਹੈ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦਾ ਹੋਵੇ ਔਰ ਕਿੰਨਾ ਵੇਸਟ ਕਰਦਾ ਹੋਵੇਗਾ, ਪਰ ਇਹਨੇ ਕਦੀ ਆ ਨਹੀਂ ਸੋਚਿਆ ਕਿ ਉਹਦੇ ਵਿੱਚੋਂ ਥੋੜਾ ਜਿਹਾ ਬਾਹਰ ਜਿਹੜਾ ਗਰੀਬ ਬੈਠਾ ਹੈ ਉਹਦੇ ਲਈ ਵੀ ਭੇਜ ਦੇਵਾਂ। ਨਹੀਂ, ਪਰਮੇਸ਼ਰ ਨੇ ਇਹਨੂੰ ਬਹੁਤ ਦਿੱਤਾ, ਹੱਦ ਤੋਂ ਵੱਧ ਕੇ ਦਿੱਤਾ। ਉਹਨਾਂ ਖਾ ਨਹੀਂ ਸਕਦਾ ਸੀਗਾ, ਛੱਡਦਾ ਸੀ, ਵੇਸਟ ਕਰਦਾ ਸੀ, ਪਰ ਪਰਮੇਸ਼ਰ ਨੇ ਇਹਨੂੰ ਕਿਉਂ ਦਿੱਤਾ ਸੀਗਾ? ਤਾਂ ਕਿ ਜਿਹੜਾ ਬਾਹਰ ਬੈਠਾ ਹੈ ਉਹਦੀ ਦੇਖਭਾਲ ਹੋ ਸਕੇ। ਹਾਲੇਲੂਇਆ। ਹਾਲੇਲੂਇਆ। ਤੀਸਰੀ ਚੀਜ਼ ਬਾਈਬਲ ਕਹਿੰਦਾ ਹੈ ਕਿ ਉਹਦੇ ਜਿਸਮ ਦੇ ਉੱਤੇ ਜ਼ਖਮ ਸੀ, ਫੋੜੇ ਸੀਗੇ। ਅੱਜ ਚਾਹਵੇ ਤਾਂ ਉਹਦਾ ਇਲਾਜ ਕਰਵਾ ਸਕਦਾ ਸੀ, ਉਹਦੇ ਲਈ ਦਵਾਈ ਦੇ ਪੈਸੇ ਦੇ ਸਕਦਾ ਸੀ, ਪਰ ਇਹਨੇ ਉਹ ਵੀ ਨਹੀਂ ਕੀਤੇ। ਆਪਣੇ ਕੁੱਤਿਆਂ ਨੂੰ ਬੰਨਿਆ ਤੱਕ ਨਹੀਂ, ਪਤਾ ਨਹੀਂ ਸੜਕ ਦੇ ਆਉਂਦੇ ਸੀ ਕਿ ਇਹਦੇ ਕੁੱਤੇ ਆਉਂਦੇ ਸੀ, ਪਰ ਲਿਖਿਆ ਹੈ ਕਿ ਕੁੱਤੇ ਆ ਕੇ ਇਹਦੇ ਜ਼ਖਮਾਂ ਨੂੰ ਚੱਟਦੇ ਸੀ। ਹਾਲੇਲੂਇਆ। ਹਾਲੇਲੂਇਆ। ਇਹਨੂੰ ਚਾਹੀਦਾ ਸੀ ਇਹਨਾਂ ਚੀਜ਼ਾਂ ਨੂੰ ਕਰਦਾ, ਇਹਨੂੰ ਚਾਹੀਦਾ ਸੀ ਕਿ ਉਹਦਾ ਖਿਆਲ ਰੱਖਦਾ, ਉਹਦੀ ਮਦਦ ਕਰਦਾ, ਪਰ ਇਹਨੇ ਉਹਦੀ ਮਦਦ ਨਹੀਂ ਕੀਤੀ, ਜਿਹਦੇ ਕਰਕੇ ਬਾਈਬਲ ਦੱਸਦਾ ਹੈ ਕਿ ਇਹ ਵਿਅਕਤੀ ਕਿੱਥੇ ਬੈਠਾ ਹੈ? ਨਰਕ ਵਿੱਚ ਬੈਠਾ ਹੈ। ਹਾਲੇਲੂਇਆ। ਅਸੀਂ sin of omission ਨੂੰ ਬਹੁਤ ਹਲਕਾ ਲਿਆ ਅੱਜ ਤੱਕ, ਪਰ ਸੁਣੀਏ ਕਿੰਨੀ ਧਿਆਨ ਦੇ ਨਾਲ ਇਸ ਪਾਪ ਦੇ ਵੱਲ ਵੀ ਗੌਰ ਕਰਨ ਦੀ ਲੋੜ ਹੈ। ਹੋ ਸਕਦਾ ਹੈ ਤੁਹਾਡੇ ਸਾਹਮਣੇ ਕੋਈ ਭੁੱਖਾ ਬੈਠਾ ਹੋਵੇ, ਤੁਹਾਡੇ ਕੋਲ ਪੈਸੇ ਹਨ, ਤੁਸੀਂ ਉਹਨੂੰ ਕਦੀ ਹੋਇਆ ਕਿ ਰੇੜੀ ਤੇ ਕਿਹਾ ਹੋਵੇ ਕਿ ਅੱਲਾ 10 ਰੁਪਏ, ਰੇੜੀ ਵਾਲੇ ਨੂੰ ਕਿਹਾ ਹੋਵੇ ਇਹਨੂੰ ਵੀ ਮੇਰੇ ਵੱਲੋਂ ਖਿਲਾ ਦੇ? ਨਹੀਂ, ਮੈਂ ਨਹੀਂ ਕਹਿੰਦਾ ਉਹਨੂੰ ਪੈਸੇ ਦੇਵੋ, ਕਿਉਂਕਿ ਬਹੁਤ ਸਾਰੇ ਇੰਡੀਆ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਡਰਾਮਾ ਕਰਦੇ ਹਨ, ਬਾਅਦ ਚ ਦਾਰੂ ਪੀਂਦੇ ਹਨ। ਨਹੀਂ, ਪੈਸੇ ਨਾ ਦੇਵੋ, ਪਰ ਤੁਸੀਂ ਉਹਨੂੰ ਸਮੱਗਰੀ ਲੈ ਕੇ ਦੇ ਸਕਦੇ, ਤੁਸੀਂ ਉਹਨੂੰ ਖਾਣਾ ਲੈ ਕੇ ਦੇ ਸਕਦੇ ਹੋ। ਹਾਲੇਲੂਇਆ। ਹਾਲੇਲੂਇਆ। ਇਹਨਾਂ ਚੀਜ਼ਾਂ ਨੂੰ ਸਮਝਣਾ ਹੈ, ਇਹਨਾਂ ਚੀਜ਼ਾਂ ਨੂੰ ਸਿੱਖਣਾ ਹੈ। ਕਿਉਂਕਿ ਬਾਈਬਲ ਕਹਿੰਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਪਾਪ ਕਰਦੇ ਜਾ ਰਹੇ ਕਿਉਂਕਿ ਗਿਆਨ ਬਿਨ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ। ਹਾਲੇਲੂਇਆ। ਗਿਆਨ ਬਿਨ, ਉਹਨਾਂ ਨੂੰ ਗਿਆਨ ਹੀ ਨਹੀਂ sin of omission ਦੇ ਬਾਰੇ। ਬਾਈਬਲ ਕਹਿੰਦਾ ਹੈ ਇੱਕ ਵਿਅਕਤੀ ਜੋ ਯਰੂਸ਼ਲਮ ਤੋਂ ਦੂਸਰੀ ਤਰਫ ਨੂੰ ਜਾ ਰਿਹਾ ਸੀ, ਸਾਮਰੀਆ ਨੂੰ ਜਾ ਰਿਹਾ ਸੀ, ਕਹਿੰਦੇ ਰਸਤੇ ਦੇ ਵਿੱਚ ਉਹਨੂੰ ਡਾਕੂਆਂ ਨੇ ਫੜ ਕੇ ਕੁੱਟਿਆ। ਕੀ ਕੀਤਾ? ਡਾਕੂਆਂ ਨੇ ਫੜ ਕੇ ਕੁੱਟਿਆ। ਹੁਣ ਸੁਣੋ, ਇੱਥੇ ਪਰਮੇਸ਼ਰ ਤਿੰਨ ਵਿਅਕਤੀਆਂ ਦੇ ਪਾਪ ਨੂੰ ਜ਼ਾਹਿਰ ਕਰ, ਦੋ ਵਿਅਕਤੀਆਂ ਦੇ ਪਾਪ ਨੂੰ ਜ਼ਾਹਿਰ ਕਰ ਰਿਹਾ ਹੈ। ਉਹ ਦੋ ਵਿਅਕਤੀ ਕਿਹੜੇ ਹਨ? ਬਾਈਬਲ ਕਹਿੰਦਾ ਹੈ, ਕਹਿੰਦੇ ਇੱਕ ਯਾਜਕ ਉੱਥੋਂ ਨਿਕਲਿਆ। ਪਹਿਲੇ ਕੌਣ ਨਿਕਲਿਆ? ਯਾਜਕ ਨਿਕਲਿਆ। ਹੁਣ ਯਾਜਕ ਦਾ ਪਾਪ ਕੀ ਸੀ? ਕੀ ਯਾਜਕ ਨੇ ਹੁਣ ਜਾਂਦੇ ਹੋਏ ਲੱਤ ਮਾਰਤੀ? ਕੀ ਯਾਜਕ ਨੇ ਉਹਦਾ ਬਟੂਆ ਚੋਰੀ ਕੀਤਾ? ਕੀ ਯਾਜਕ ਨੇ ਕੁਝ ਕੀਤਾ? ਨਹੀਂ, ਬਾਈਬਲ ਕਹਿੰਦਾ ਹੈ ਯਾਜਕ ਨੇ ਉਹਦੇ ਵੱਲ ਦੇਖਿਆ ਔਰ ਉਹਨੂੰ ਇਗਨੋਰ ਕੀਤਾ। ਉਹਨੂੰ ਇਗਨੋਰ ਕਰਕੇ ਨਿਕਲ ਗਿਆ, ਕਹਿੰਦਾ ਮੈਂ ਤਾਂ ਉਹ ਚਰਚ ਜਾਣਾ ਹੈ, ਸਬਤ ਦਾ ਦਿਨ ਹੈ, ਲੇਟ ਹੋ ਜਾਵਾਂਗਾ, ਸੌਰੀ ਮੈਂ ਤੇਰੀ ਮਦਦ ਨਹੀਂ ਕਰ ਸਕਦਾ। ਮਦਦ ਨਹੀਂ ਕੀਤੀ ਔਰ ਨਿਕਲ ਗਿਆ। ਦੂਸਰਾ ਲੇਵੀ ਨਿਕਲਿਆ, ਵਰਸ਼ਿਪਰ, ਸੇਵਕ, ਉਹ ਨਿਕਲਿਆ, ਉਹਨੇ ਵੀ ਦੇਖਿਆ ਉਹ ਬਹੁਤ ਬੁਰੀ ਹਾਲਤ ਹੈ, ਤਰਸਯੋग्य ਹਾਲਤ ਹੈ, ਬਹੁਤ ਮਾੜਾ ਹੋਇਆ, ਦੁਖੀ ਤਾਂ ਹੋਇਆ,
ਪਰ ਮਦਦ ਨਹੀਂ ਕੀਤੀ, ਉਹ ਵੀ ਨਿਕਲ ਗਿਆ। ਹਾਲੇਲੂਇਆ। ਪਰ ਕਹਿੰਦੇ ਇੱਕ ਸਾਮਰੀ ਨਿਕਲਿਆ। ਹਾਲੇਲੂਇਆ। हालेलुया ਉਹਨੇ ਮਦਦ ਕੀਤੀ, ਉਹਨੂੰ ਆਪਣੇ ਗਧੇ ਤੇ ਰੱਖ ਕੇ ਉਹਨੂੰ ਡਾਕਟਰ ਦੇ ਲੈ ਕੇ ਗਿਆ, ਉਹਦਾ ਇਲਾਜ ਕਰਾਇਆ। ਡਾਕਟਰ ਨੂੰ ਆਪਣੇ ਕੋਲੋਂ ਪੈਸੇ ਦੇ ਰਿਹਾ ਹੈ, ਆਪਣੇ ਕੋਲੋਂ ਪੈਸੇ ਦੇ ਕੇ ਕਹਿੰਦਾ ਜਿਹੜਾ ਰਹਿ ਜਾਊਗਾ ਉਹ ਵੀ ਆ ਕੇ ਮੈਂ ਭਰ ਦੂੰਗਾ। ਤਾਂ ਬਾਈਬਲ ਕਹਿੰਦਾ ਹੈ ਚੰਗਾ ਗਵਾਂਢੀ ਕੌਣ ਹੈ? ਉਹ ਜਿਹਨੇ ਮਦਦ ਕੀਤੀ। ਹਾਲੇਲੂਇਆ। ਉਹ हालेलुया ਚੰਗਾ ਹੈ, ਪਰਮੇਸ਼ਰ ਦੀ ਨਿਗਾਹ ਦੇ ਵਿੱਚ ਉਹ ਵਿਅਕਤੀ ਚੰਗਾ ਹੈ ਜਿਹਨੇ ਮਦਦ ਕੀਤੀ। ਹਾਲੇਲੂਇਆ। हालेलुया ਬਾਕੀਆਂ ਨੇ sin of omission ਕੀਤਾ। ਅੱਜ ਅਸੀਂ sin of omission ਕਰਦੇ ਹਾਂ, ਬਹੁਤ ਵਾਰ ਕਰਦੇ ਹਾਂ, ਔਰ ਅਸੀਂ ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਕਹਿੰਦੇ ਹਾਂ we have done repentance, ਅਸੀਂ ਤੌਬਾ ਕਰ ਲਈ ਹੈ, ਅਸੀਂ ਬਪਤਿਸਮਾ ਲੈ ਲਿਆ ਹੈ, ਪਰ ਤੌਬਾ ਦਾ ਪੂਰਾ ਮਤਲਬ ਹੀ ਨਹੀਂ ਸਮਝਿਆ। ਤੌਬਾ ਦਾ ਮਤਲਬ ਕੀ ਹੁੰਦਾ ਹੈ? ਕੁਝ ਛੱਡਣਾ ਹੈ ਔਰ ਕੁਝ ਕਰਨਾ ਸ਼ੁਰੂ ਕਰਨਾ ਹੈ। ਹਾਲੇਲੂਇਆ। ਖੋਲੀਏ ਮੇਰੇ ਨਾਲ, ਦਾਨੀਅਲ ਨਬੀ ਨੇ ਇੱਕ ਗੱਲ ਕਹੀ ਸੀ ਨਬੂਕਦਨਜ਼ਰ ਨੂੰ। ਆइए खोलिए दानियल ਦੀ ਕਿਤਾਬ, ਉਹਦਾ 4 ਅਧਿਆਇ, ਉਹਦੀ 27 ਆਇਤ पढ़ दीजिए। इस कारण हे राजा, मेरी ये सम्मति स्वीकार कर कि यदि तू पाप छोड़कर धर्म करने लगे और अधर्म छोड़कर दीनहीनों पर दया करने लगे तो संभव है कि ऐसा करने से तेरा चैन बना रहे। हाँ सुनिए, पाप छोड़कर धर्म करना शुरू करना है। हालेलुया। हालेलुया। और दूसरी गल की कही, दोबारा पढ़िए। अधर्म छोड़कर दीनहीनों पर दया करना। हाँ, अधर्म छोड़कर दीनहीनों पर दया करनी शुरू करनी है। हालेलुया। मतलब कुछ छड़ना है रिपेंटेंस ਦੇ ਵਿੱਚ ਔਰ ਕੁਝ ਕਰਨਾ ਵੀ ਸ਼ੁਰੂ ਕਰਨਾ ਹੈ। ਅਸੀਂ ਛੱਡਦੇ ਤਾਂ ਹਾਂ ਬਟ ਕੁਝ ਕਰਨਾ ਨਹੀਂ ਸ਼ੁਰੂ ਕਰਦੇ। ਬਹੁਤ ਸਾਰੇ ਲੋग परमेश्वर ਦੇ ਕੋਲ ਆਉਂਦੇ, ਬਾਈਬਲ ਕਹਿੰਦਾ खुद बचना ही काफी नहीं औरों को बचाना होगा। कुछ लोग आप वचन ਨੂੰ ਗ੍ਰਹਿਣ ਕੀਤਾ, ਤੌਬਾ ਕਰ ਲਈ, ਫਿਰ ਬਾਅਦ ਚੋਂ ਦੂਜਿਆਂ ਨੂੰ ਪ੍ਰਚਾਰ ਹੀ ਨਹੀਂ ਕਰਦੇ, ਕੋਸ਼ਿਸ਼ ਹੀ ਨਹੀਂ ਕਰਦੇ। ਇਸੇ ਕਰਕੇ ਤਾਂ ਚਰਚ ਖਾਲੀ ਹੁੰਦੇ ਹਨ। ਆਪਣੀ ਜ਼ਿੰਦਗੀ ਦੇ ਵੱਲ ਗੌਰ ਕਰਕੇ ਦੇਖੋ, ਅੱਜ ਤੱਕ ਕਿੰਨੇ ਲੋਕਾਂ ਨੂੰ ਯਿਸੂ ਦਾ ਕਲਾਮ ਸੁਣਾਇਆ ਔਰ ਉਹ ਲੋਕਾਂ ਨੂੰ ਤੁਸੀਂ ਕਲੀਸਿਆ ਦੇ ਵਿੱਚ ਲੈ ਕੇ ਆਏ ਹੋ? ਨਹੀਂ, ਕਿਉਂਕਿ ਅਸੀਂ sin of omission ਕਰਦੇ ਹਾਂ। ਅਸੀਂ ਆਪ ਤਾਂ ਖੁਸ਼ਖਬਰੀ ਲੈ ਲਈ, ਦੂਜੇ ਤੱਕ ਪਹੁੰਚਾਈ ਨਹੀਂ। ਫਰੀਸੀਆਂ ਨੂੰ ਕਿਹਾ ਆਪ ਤਾਂ ਕੁੰਜੀ ਲੈ ਲਈ, ਉਹ ਤਾਂ ਇਦਾਂ ਦੇ ਸੀ, ਕਹਿੰਦੇ ਨਾ ਆਪ ਵੜੇ ਨਾ ਦੂਜਿਆਂ ਨੂੰ ਵੜਨ ਦਿੱਤਾ। ਹਾਲੇਲੂਇਆ। हालेलुया ਅਸੀਂ ਜਦ ਕੁੰਜੀ ਲਈ ਹੈ, ਅਸੀਂ ਦੂਜਿਆਂ ਨੂੰ ਵੀ ਰਸਤਾ ਦਿਖਾਣਾ ਹੈ। ਹਾਲੇਲੂਇਆ। हालेलुया we are doing sin of omission। ਜੇ ਅਸੀਂ ਦੂਜਿਆਂ ਨੂੰ ਪ੍ਰਚਾਰ ਨਹੀਂ ਕਰ ਰਹੇ ਯਿਸੂ ਮਸੀਹਾ ਦੇ ਬਾਰੇ, ਤੌਬਾ ਦੇ ਬਾਰੇ, ਪਵਿੱਤਰ ਆਤਮਾ ਦੇ ਬਾਰੇ, ਤਾਂ ਅਸੀਂ ਪਾਪ ਕਰ ਰਹੇ ਹਾਂ। दानियल कहता है कुछ शुरू करना है, कुछ करना शुरू करना है। एक और आयत मेरे लिए पढ़ दीजिए, यशायाह नबी दी किताब, ओदा 58 अध्याय, ओदी 6 और 7 केवल पढ़िए। जिस उपवास से मैं प्रसन्न होता हूँ वह क्या ये नहीं कि अन्याय से बनाए हुए दासों और अंधेर सहन करने वालों का जुआ तोड़कर उनको छुड़ा लेना और सब जुओं को टुकड़े टुकड़े कर देना। क्या वह ये नहीं कि अपनी रोटी भूखों को बांट देना, अनाथ और मारे मारे फिरते हुओं को अपने घर ले आना, किसी को नंगा देखकर वस्त्र पहनाना और अपने जाति भाइयों से अपने को ना छिपाना। तब तेरा प्रकाश पो फटने के समान चमकेगा और तू शीघ्र चंगा हो जाएगा। तेरा धर्म तेरे आगे आगे चलेगा, यहोवा का तेज तेरे पीछे पीछे रक्षा करता चलेगा। ओए हो देखो। हालेलुया। एक बार ਇਹਨੂੰ ਹੌਲੀ ਹੌਲੀ ਪੜੀਏਗਾ, ਮੈਂ ਇੱਕ ਗੱਲ ਨੂੰ ਕਲੀਅਰ ਕਰਨਾ ਚਾਹੁੰਦਾ। ਇੱਕ ਵਾਰੀ ਦੁਬਾਰਾ ਹੌਲੀ ਹੌਲੀ। जिस उपवास से मैं प्रसन्न होता हूँ वह क्या ये नहीं। सुनिए, परमेश्वर कहना जिस उपवास से मैं प्रसन्न होता हूँ। ਅਸੀਂ ਵਰਤ ਰੱਖਦੇ ਆ, ਬਾਈਬਲ ਚ ਲਿਖਿਆ ਹੈ ਕਹਿੰਦਾ ਤੂੰ ਵਰਤ ਰੱਖਦਾ ਆਪਣੀ ਮਰਜ਼ੀ ਕਰਦਾ। ਜੇ ਪਿੱਛੋਂ ਪੜੀਏ ਨਾ, ਉੱਥੇ ਲਿਖਿਆ ਤੂੰ ਵਰਤ ਰੱਖ ਕੇ ਆਪਣੀ ਮਰਜ਼ੀ ਕਰਦਾ ਹੈ। ਤੂੰ ਮੁੱਕੇ ਵੀ ਮਾਰਦਾ ਆ, ਕਈ ਵਾਰੀ ਤੂੰ ਕੰਮ ਤੇ ਜਾ ਕੇ ਬੁਰੇ ਸ਼ਬਦ ਵੀ ਬੋਲਦਾ, ਝੂਠ ਵੀ ਬੋਲਦਾ, ਸਭ ਕੁਝ ਕਰਦਾ ਹੈ। ਪਰ ਪਰਮੇਸ਼ਰ ਕਹਿੰਦਾ ਜਿਹੜਾ ਵਰਤ ਮੈਨੂੰ ਪਸੰਦ ਹੈ, ਜਿਹੜਾ ਫਾਸਟ ਮੈਨੂੰ ਪਸੰਦ ਹੈ, ਜਿਹੜਾ ਉਪਵਾਸ ਮੈਨੂੰ ਪਸੰਦ ਹੈ, ਕਿ ਉਹ ਇਹ ਨਹੀਂ, ਹਾਂਜੀ ਕੀ ਹੈ, कि अन्याय से बनाए हुए दासों और अंधेर सहने वालों का जुआ तोड़कर उनको छुड़ा लेना।
ਹਾਂਜੀ ਕੁਝ ਲੋਕਾਂ ਨੂੰ ਛੁਡਾਣਾ, ਜੋ ਬੰਧਨਾਂ ਦੇ ਵਿੱਚ ਪਏ ਹੋਏ ਸੀ ਉਹਨਾਂ ਨੂੰ ਛੁਡਾਣਾ। ਹਾਂਜੀ ਅਗਲਾ। और सब जुओं को टुकड़े टुकड़े कर देना। ਹਾਂਜੀ क्या वह ये नहीं कि अपनी रोटी भूखों को बांट देना, अनाथ ਹਾਂ और मारे मारे फिरते हुए लोगों को अपने घर ले आना। ਹਾਂ ਆਪਣੀ ਰੋਟੀ ਭੁੱਖਿਆਂ ਨੂੰ ਦੇ ਦੇਣੀ ਉਸ ਦਿਨ ਦੀ। ਜਿਹੜਾ ਤੁਸੀਂ ਵਰਤ ਰੱਖਿਆ ਹੈ ਉਸ ਦਿਨ, ਜਿਹੜਾ ਅਨਾਜ ਛੱਡਿਆ ਹੈ ਉਸ ਦਿਨ ਤੁਸੀਂ ਕਿਸੇ ਨੂੰ ਰੋਟੀ ਖਿਲਾ ਦੇਵੋ, ਭੁੱਖੇ ਨੂੰ, ਕਿਸੇ ਪਰਦੇਸੀ ਨੂੰ। ਹਾਲੇਲੂਇਆ। हालेलुया। ਮੈਂ ਪਹਿਲਾਂ ਸੋਚਦਾ ਸੀਗਾ ਕਿ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਗਰੀਬ ਨਹੀਂ ਆ, ਇੱਥੇ ਬੜੇ ਗਰੀਬ ਲੋਕ ਆ, ਹੋਮਲੈਸ, ਬੜੇ ਹੋਮਲੈਸ ਲੋਕ ਹੈਗੇ ਆ, ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ, ਕੁਝ ਰਿਫਿਊਜੀ ਏਦਾਂ ਦੇ ਜਿਨ੍ਹਾਂ ਦੇ ਕੇਸ ਨਹੀਂ ਲੱਗੇ, ਉਹ ਦਰ ਦਰ ਭਟਕਦੇ ਹੈਗੇ ਆ। ਏਦਾਂ ਦੇ ਵੀ ਲੋਕ ਹੈਗੇ ਇੱਥੇ, 1-1 ਰੁਪਏ ਦੇ ਲਈ ਤਰਸਦੇ ਹਨ। ਕਈ ਤਾਂ ਉਹਦੀ ਦਾਰੂ ਪੀ ਲੈਂਦੇ ਹਨ, ਪਰ ਕਈ ਏਦਾਂ ਦੇ ਵੀ ਚੰਗੇ ਹੈਗੇ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਸਾਂਭਣਾ ਹੁੰਦਾ ਹੈ। ਹਾਲੇਲੂਇਆ। हालेलुया। ਸੋ ਆਪਣੀ ਰੋਟੀ ਭੁੱਖਿਆਂ ਨੂੰ ਦੇ ਦੇਵੋ। ਮੈਂ ਇੰਗਲੈਂਡ ਗਿਆ ਸੀ, ਉੱਥੇ ਪਾਸਟਰ ਸੋਲੋਮਨ ਰਾਜ ਜਿਹੜੇ ਹੈਗੇ ਆ, ਉਹ ਕੀ ਕਰਦੇ ਸੀ, ਉਹਨਾਂ ਨੇ ਨਾ ਅਲੱਗ-ਅਲੱਗ ਚਰਚ ਇਕੱਠੇ ਹੋਏ ਪਏ ਆ। ਉੱਥੇ ਇੱਕ ਜਗ੍ਹਾ ਹੈਗੀ ਜਿੱਥੇ ਹੋਮਲੈਸ ਹੁੰਦੇ ਹਨ। ਸੋ ਉਹ ਆਕਸਫੋਰਡ ਦੇ ਵਿੱਚ ਰਹਿੰਦੇ ਹਨ। ਮੈਂ ਉਹਨਾਂ ਦੇ ਨਾਲ ਮੇਰੇ ਖਿਆਲ ਤੋਂ 15-20 ਦਿਨ ਰਿਹਾ ਸੀ। ਉਹਨਾਂ ਦੀ ਰਿਕਾਰਡਿੰਗ ਸੀਗੀਆਂ, ਤਾਂ ਮੈਂ ਟਰਾਂਸਲੇਸ਼ਨ ਕਰਨ ਗਿਆ ਸੀ ਉਹਨਾਂ ਦੀ। ਤਾਂ ਉਹ ਕੀ ਕਰਦੇ ਆ ਕਿ ਹਰ ਚਰਚ ਦੀ ਡਿਊਟੀ ਲਾਈ ਹੋਈ ਆ, ਹਫਤੇ ਦੇ ਵਿੱਚ ਹਰ ਚਰਚ ਇੱਕ ਦਿਨ ਲੰਗਰ ਪਕਾ ਕੇ ਲੈ ਕੇ ਜਾਂਦਾ ਸੀ। ਮੈਂ ਵੀ ਉਹਨਾਂ ਦੇ ਨਾਲ ਗਿਆ। ਟੇਬਲ ਦੇ ਉੱਤੇ ਉਹ ਲੰਗਰ ਰੱਖ ਦਿੰਦੇ ਸੀ, ਔਰ ਉੱਥੇ ਜਿਹੜੇ ਹੋਮਲੈਸ ਹੁੰਦੇ ਸੀ ਉਹਨਾਂ ਨੂੰ ਉਸ ਵੇਲੇ ਉਹ ਖਾਣਾ ਵੀ ਦਿੰਦੇ ਸੀ, ਔਰ ਫਿਰ ਉਹਨਾਂ ਨੂੰ ਪੈਕ ਕਰਕੇ ਵੀ, ਉਹ ਪੈਕੇਜ ਦੇ ਲਈ ਵੀ ਲੈ ਕੇ ਜਾਂਦੇ ਹੁੰਦੇ ਸੀ, ਤਾਂ ਪੈਕ ਕਰਕੇ ਉਸ ਦਿਨ ਲੈ ਕੇ ਜਾਂਦੇ ਸੀ। ਔਰ ਹਫਤੇ 'ਚ 6 ਦਿਨ 6 ਚਰਚ ਆਉਂਦੇ ਸੀਗੇ, ਅਲੱਗ-ਅਲੱਗ ਚਰਚ ਆ ਕੇ ਉਹਨਾਂ ਨੂੰ ਭੋਜਨ ਦਿੰਦੇ ਸੀ। ਹਾਲੇਲੂਇਆ। ਚਾਹੀਦਾ ਹੈ हालेलुया। ਸਾਨੂੰ ਕਰਨਾ। ਸਿੰਘਾਂ ਨੇ, ਸਿੱਖ ਲੋਕਾਂ ਨੇ ਇਸ ਚੀਜ਼ ਨੂੰ ਅਪਣਾ ਲਿਆ, ਅਸੀਂ ਇਸ ਚੀਜ਼ ਨੂੰ ਛੱਡ ਦਿੱਤਾ। ਹਾਲੇਲੂਇਆ। ਬਾਈਬਲ हालेलुया। ਕਹਿੰਦਾ ਹੈ ਆਪਣੇ ਦਸਵੰਧ ਮੇਰੇ ਮੋਦੀ ਖਾਨੇ 'ਚ ਲੈ ਕੇ ਆ, ਤਾਂ ਕਿ ਪਰਦੇਸੀਆਂ ਦੇ ਲਈ ਉੱਥੇ ਭੋਜਨ ਵਸਤੂ ਬਣੀ ਰਵੇ। There should be food for the people who are hungry, who are starving, ਜਿਹੜੇ ਭੁੱਖੇ ਹਨ, ਜਿਨ੍ਹਾਂ ਕੋ ਰੋਟੀ ਨਹੀਂ ਖਾ ਹੁੰਦੀ, ਉਹਨਾਂ ਦੇ ਲਈ ਖਾਣਾ ਹੋਣਾ ਚਾਹੀਦਾ ਹੈ, ਭੋਜਨ ਵਸਤੂ। ਜੇ ਤੁਹਾਨੂੰ ਪਰਮੇਸ਼ਰ ਨੇ ਦਿੱਤਾ ਹੈ ਤਾਂ ਤੁਸੀਂ ਇਸ ਚੀਜ਼ ਵੱਲ ਜਾਓ। ਸਿੱਖਾਂ ਨੇ ਇਸੇ ਚੀਜ਼ ਨੂੰ ਤੇ ਕਹਿੰਦੇ ਨਾ, ਲੰਗਰ 24 ਘੰਟੇ ਲੰਗਰ ਕਿਉਂ ਚੱਲਦਾ ਹੈ? ਆਹੀ ਕਾਰਨ ਹੈ। ਪਰਮੇਸ਼ਰ ਨੇ ਵੀ ਕਿਹਾ ਕੋਈ ਵੀ ਆਵੇ ਦੁਖੀ, ਉਹਦੇ ਲਈ ਭੋਜਨ ਵਸਤੂ ਤੇਰੇ ਕੋਲ ਹੋਵੇ। ਹਾਲੇਲੂਇਆ। हालेलुया। ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ। ਪਾਸਟਰ ਸੋਲੋਮਨ ਦੇ ਉੱਤੇ ਮੈਂ ਦੇਖਿਆ, ਉਹ ਜੇ ਇੱਕ ਚਰਚ 24 ਘੰਟੇ ਨਹੀਂ ਚਲਾ ਸਕਦਾ, 7 ਦਿਨ ਨਹੀਂ ਚਲਾ ਸਕਦਾ, ਤਾਂ ਉਹਨਾਂ ਨੇ ਇੱਕ ਏਦਾਂ ਦਾ ਸਿਸਟਮ ਚਲਾਇਆ ਕਿ ਇੱਕ ਚਰਚ ਇੱਕ ਦਿਨ ਤਾਂ ਕਰ ਸਕਦਾ ਹੈ ਨਾ। ਇੱਕ ਚਰਚ ਦਾ ਹਫਤੇ ਦੇ ਵਿੱਚ ਇੱਕ ਦਿਨ ਦਾ ਭੋਜਨ ਦਾ ਪ੍ਰੋਵਾਈਡ ਕਰ ਸਕਦੇ ਹੋ। ਤਾਂ ਉਹਨਾਂ ਨੇ 6-7 ਚਰਚਾਂ ਨੇ ਰਲ ਕੇ ਇਸ ਤਰੀਕੇ ਦੇ ਨਾਲ ਕੀਤਾ। ਅਸੀਂ ਜਦ ਕਰਦੇ ਹਾਂ, ਅਸੀਂ ਸਿਰਫ ਆਪਣੇ ਵਿਸ਼ਵਾਸੀਆਂ ਨੂੰ ਖਿਲਾਈ ਜਾਂਦੇ। ਹਰ ਐਤਵਾਰ ਆਪਣੇ ਵਿਸ਼ਵਾਸੀਆਂ ਨੂੰ, ਅੱਜ ਕੀ ਬਣਿਆ ਹੈ ਪਾਸਟਰ ਜੀ, ਅੱਜ ਲੈਗ ਪੀਸ ਹਨ, ਅੱਜ ਆ ਹੈ, ਅੱਜ ਕੇਕ ਹੈ, ਅੱਜ ਉਹ ਹੈ। ਹਾਲੇਲੂਇਆ। हालेलुया। ਆਪਣੇ ਵਿਸ਼ਵਾਸੀਆਂ ਨੂੰ ਰਜਾਈ ਜਾਂਦੇ ਪਏ ਆ। ਆਹ ਲੋਕ ਘਰੇ ਜਾ ਕੇ ਖਾ ਸਕਦੇ ਹਨ, ਪਰ ਉਹਨਾਂ ਦਾ ਸੋਚੋ, ਜਿਨ੍ਹਾਂ ਦੇ ਜਦ ਘਰੇ ਜਾ ਕੇ ਉਹ ਭਾਂਡਾ ਖੋਲਦੇ ਹਨ ਤਾਂ ਵਿੱਚ ਦਾਲ ਦਾ ਇੱਕ ਦਾਣਾ ਨਹੀਂ ਹੁੰਦਾ ਹੈ, ਚਾਵਲ ਦਾ ਇੱਕ ਦਾਣਾ ਨਹੀਂ ਹੁੰਦਾ। ਹਾਲੇਲੂਇਆ। हालेलुया। ਅਸੀਂ ਸਮਝਣਾ ਹੈ we are doing sin of omissions। ਸਾਨੂੰ ਜੋ ਕਰਨਾ ਚਾਹੀਦਾ ਸੀ ਉਹ ਆਪਾਂ ਕਰਦੇ ਹੀ ਨਹੀਂ। ਸਾਨੂੰ ਪ੍ਰਭੂ ਯਿਸੂ ਮਸੀਹਾ, ਦੇਖੋ ਅਸੀਂ ਉਹਨਾਂ ਚੇਲਿਆਂ ਵਰਗੇ ਹਾਂ। ਜਦ ਪ੍ਰਭੂ ਯਿਸੂ ਮਸੀਹਾ ਨੇ ਕਿਹਾ ਇਹ ਲੋਕ 3 ਦਿਨ ਤੋਂ ਭੁੱਖੇ ਹਨ, ਮੇਰੇ ਪਿੱਛੇ ਜਾਓ, ਇਹਨਾਂ ਲਈ ਭੋਜਨ ਵਸਤੂ ਦਾ ਇੰਤਜ਼ਾਮ ਕਰੋ। ਹਾਲੇਲੂਇਆ। ਚੇਲਿਆਂ ਨੂੰ ਕਿਹਾ, ਚੇਲੇ ਪਤਾ ਕੀ ਕਹਿੰਦੇ? ਕਹਿੰਦੇ ਯਿਸੂ ਇਹਨਾਂ ਨੂੰ ਪਿੰਡਾਂ 'ਚ ਘੱਲ ਕਿ ਜਾ ਕੇ ਭੋਜਨ ਲੈ ਕੇ ਆਉਣ। ਤਾਂ ਚੇਲਿਆਂ ਦਾ ਸੋਚ ਕੀ ਸੀਗੀ? ਆ ਜਾਊਗੇ, ਆਪਣੇ ਲਈ ਵੀ ਲਿਆਉਗੇ, ਅਸੀਂ ਬੈਠਾਂਗੇ ਤਾਂ ਸਾਡੇ ਲਈ ਵੀ ਲੈ ਕੇ ਆਉਗੇ। ਇਹਨਾਂ ਨੂੰ ਪਿੰਡਾਂ 'ਚ ਘੱਲ ਕੇ ਭੋਜਨ ਦਾ ਇੰਤਜ਼ਾਮ ਕਰਕੇ ਇੱਥੇ ਲੈ ਕੇ ਆਉਣ। ਯਿਸੂ ਕਹਿੰਦੇ ਤੁਸੀਂ ਕਰੋ ਇੰਤਜ਼ਾਮ। ਹਾਲੇਲੂਇਆ। ਤੁਸੀਂ ਕਰੋ ਇੰਤਜ਼ਾਮ। ਮੇਰੇ ਪਰਮੇਸ਼ਰ ਦੇ ਪਿਆਰੇ ਲੋਕੋ, ਸਮਝਣਾ ਹੈ ਬਹੁਤ ਵਾਰ ਅਸੀਂ ਉਹਨਾਂ ਪਾਪਾਂ ਨੂੰ ਕਰ ਰਹੇ ਹਾਂ ਜੋ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ। ਇੱਕ ਬਹੁਤ ਵੱਡਾ ਪਾਪ ਹੈ। ਬਾਈਬਲ ਕਹਿੰਦਾ ਹੈ ਕਿ ਤੂੰ, ਅਗਲਾ ਕੀ ਲਿਖਿਆ? ਕਹਿੰਦਾ ਜੇ ਕੋਈ ਭੁੱਖਾ ਹੈ ਉਹਨੂੰ ਰੋਟੀ ਦੇ। ਹਾਂਜੀ ਅੱਗੇ ਪੜ੍ਹੀਏ। अनाथ और मारे मारे फिरते हुओं को अपने घर ले आना, किसी ਹਾਂਜੀ को ਇਹਦੇ नंगा ਵਿੱਚ ਥੋੜਾ देख। ਖਿਆਲ ਰੱਖਿਓ ਜਰੂਰ, ਠੀਕ ਆ? ਆਹ ਚੀਜ਼ ਨੂੰ ਖਿਆਲ ਰੱਖਿਓ। ਬਹੁਤ ਸਾਰੇ ਲੋਕੀ ਏਦਾਂ ਦੇ ਜਿਹੜੇ ਬਾਅਦ ਚ ਲੁੱਟ ਲੈਂਦੇ ਆ, ਠੀਕ ਹੈ? ਆਪਣੇ ਘਰੇ ਲਿਆ ਕੇ ਉਹਨਾਂ ਦੀ ਮਦਦ ਕਰੀਏ, ਉਹਨਾਂ ਦੇ ਲਈ ਇੰਤਜ਼ਾਮ ਕਰੀਏ। ਹਾਲੇਲੂਇਆ। ਹਾਂਜੀ ਅੱਗੇ। और किसी को नंगा देखकर वस्त्र पहनाना,
हाँ, और किसी को नंगा देखकर वस्त्र पहनाना। आज अपनी किते ना अलमारी खोल के देखो, उथे सूट कमीजा जिदा टी शर्टा जीना ਉਹ ਨਾ ਅਡੀਕ ਕਰਦੀਆਂ ਸਾਡੀ ਵਾਰੀ ਕਦੋਂ ਆਈ ਸੀ। ਸਾਡੀ ਵਾਰੀ ਤਾਂ 1 ਸਾਲ ਪਹਿਲੋਂ ਆਈ ਸੀ। ਹਾਲੇਲੂਇਆ। ਡੈਡੀ ਬੜਾ ਕਹਿੰਦੇ ਹੁੰਦੇ ਸੀ ਮੰਮੀ ਨੂੰ, ਕਹਿੰਦੇ ਆ ਜਿਹੜੇ ਹੈਗੇ ਨਾ ਸੂਟ ਇੰਨੇ ਇੰਨੇ ਸੂਟ। ਦੇਖੋ ਸਾਡੇ ਕੀ ਹੋਇਆ, ਪਹਿਲਾਂ ਇੱਕ ਅਲਮਾਰੀ ਹੁੰਦੀ ਸੀ ਘਰ ਦੇ ਵਿੱਚ। ਹਾਲੇਲੂਇਆ। ਫਿਰ ਉਹਦੇ ਤੋਂ ਬਾਅਦ ਕੀ ਹੋਇਆ, ਸਾਡੇ ਤਿੰਨਾਂ ਦੇ ਕੱਪੜੇ ਉਹਦੇ ਚ ਫਿੱਟ ਨਹੀਂ ਹੁੰਦੇ ਸੀ, ਅਸੀਂ ਦੂਜੀ ਅਲਮਾਰੀ ਲਈ। ਜਦ ਦੂਜੀ ਅਲਮਾਰੀ ਲਈ ਤਾਂ ਅਸੀਂ ਕੀ ਕੀਤਾ, ਮੰਮੀ ਦੇ ਸੂਟ ਇੱਕ ਵਿੱਚ ਕਰ ਦਿੱਤੇ, ਡੈਡੀ ਦੇ ਔਰ ਮੇਰੇ ਕੱਪੜੇ ਇੱਕ ਵਿੱਚ ਆਣੇ ਸ਼ੁਰੂ ਹੋਏ। ਪਰ ਹੌਲੀ ਹੌਲੀ ਕੀ ਦੇਖਿਆ, ਮੰਮੀ ਦੇ ਸੂਟ ਸਾਡੀ ਅਲਮਾਰੀ ਵਿੱਚ ਫੇਰ ਆਉਣੇ ਸ਼ੁਰੂ ਹੋ ਗਏ। ਸਾਡੀ ਫੇਰ ਉਹਦੇ ਵਿੱਚ ਸੂਟ ਬਾਹਰ ਡਿੱਗਣ, ਸਮਝ ਹੀ ਨਾ ਆਵੇ ਕੀ ਹੁੰਦਾ ਪਿਆ। ਫਿਰ ਅਸੀਂ ਤੀਜੀ ਅਲਮਾਰੀ ਲਈ। ਸਾਡੇ ਉੱਥੇ ਕਮਰੇ ਦੇ ਵਿੱਚ ਅਲਮਾਰੀਆਂ ਏਦਾਂ, ਜਿਹੜਾ ਦਫ਼ਤਰ ਨਹੀਂ ਹੁੰਦਾ ਏਦਾਂ ਅਲਮਾਰੀ ਹੈ। ਫਿਰ ਤੀਜੀ ਅਲਮਾਰੀ ਲਈ ਫਿਰ ਉਹਨੂੰ ਡਿਵਾਈਡ ਕੀਤਾ। ਇੱਕ ਅਲਮਾਰੀ ਮਤਲਬ ਕਿ ਮੰਮੀ ਦੀ, ਇੱਕ ਡੈਡੀ ਦੀ, ਤਾਂ ਇੱਕ ਮੇਰੀ। ਹੁਣ ਹੋਇਆ ਕੀ, ਡੈਡੀ ਦੀ ਅਲਮਾਰੀ ਦੇ ਵਿੱਚ ਮੰਮੀ ਦੇ ਸੂਟ ਆਣੇ ਸ਼ੁਰੂ ਹੋਏ, ਹੌਲੀ ਹੌਲੀ ਡੈਡੀ ਦੇ ਕੱਪੜੇ ਮੇਰੇ ਵਿੱਚ ਆਣੇ ਸ਼ੁਰੂ ਹੋਏ। ਕਿਉਂ? ਕਿਉਂਕਿ ਡੈਡੀ ਵਾਲੀ ਅਲਮਾਰੀ ਵੀ ਮੰਮੀ ਦੇ ਕੋਲ ਜਾਣਾ ਸ਼ੁਰੂ ਹੋ ਗਈ। ਹਾਲੇਲੂਇਆ। ਮਤਲਬ ਕਿਉਂਕਿ ਲੇਡੀਜ਼ ਨੂੰ ਥੋੜਾ ਜ਼ਿਆਦਾ ਸ਼ੌਂਕ ਹੁੰਦਾ ਹੈ। ਹਾਲੇਲੂਇਆ। ਪਰ ਬਾਈਬਲ ਕਹਿੰਦਾ ਹੈ ਕਿ ਤੇਰੇ ਕੋ ਇੰਨਾ ਹੈ, ਕਿਉਂ ਨਹੀਂ ਜਿਹੜੀ ਚੀਜ਼ਾਂ ਹੁਣ ਤੂੰ ਇਸਤੇਮਾਲ ਨਹੀਂ ਕਰ ਰਿਹਾ ਹੈ ਉਹ ਦੇ ਦੇ, ਵੰਡ ਦੇ। ਇੱਥੇ ਕੈਨੇਡਾ ਦੇ ਵਿੱਚ ਮੈਂ ਦੇਖਿਆ, ਇੱਥੇ ਇੱਕ ਸਪੈਸ਼ਲ ਉਹਨਾਂ ਨੇ ਮਤਲਬ ਕਿ ਵੱਡੇ ਵੱਡੇ ਨਾ ਉਹਨਾਂ ਨੇ ਉਹ ਬਣਾਏ ਹੋਏ ਲੋਹੇ ਦੇ, ਉਹ ਏਦਾਂ ਰੋਡ ਜੀ ਲੱਗੀ, ਉਹਨੂੰ ਦੱਬੋ ਤਾਂ ਉਹ ਖੁੱਲ ਜਾਂਦਾ। ਉਹਦੇ ਵਿੱਚ ਜਿਹੜਾ ਤੁਸੀਂ ਉਹਨੂੰ ਰੀਸਾਈਕਲ ਆ ਕਹਿ ਦਿੰਦੇ ਆ, ਕਿ ਤੁਸੀਂ ਉਹਦੇ ਵਿੱਚ ਪਾ ਦੇਵੋ ਆਪਣੇ ਕੱਪੜੇ ਜਿਹੜੇ ਤੁਸੀਂ ਯੂਜ਼ ਨਹੀਂ ਕਰਦੇ। ਫਿਰ ਉਹ ਜਿਹੜੇ ਕੱਪੜੇ ਹੈਗੇ ਆ, ਜਿਹੜੀ ਗਵਰਨਮੈਂਟ ਹੈਗੀ ਗਰੀਬ ਕੰਟਰੀ ਅਫਰੀਕਾ ਜੇ ਉਹ ਉਹਨਾਂ ਨੂੰ ਭੇਜਦੇ ਆ। ਹਾਲੇਲੂਇਆ। ਮੈਂ ਤੁਹਾਨੂੰ ਆ ਨਹੀਂ ਕਹਿੰਦਾ ਕਿ ਆਪਣੇ ਯੂਜ਼ ਕੱਪੜੇ ਹੀ ਦਵੋ, ਨਹੀਂ, ਕਦੀ ਏਦਾਂ ਵੀ ਤਾਂ ਕਰੋ ਕਿ ਕਦੀ ਹੋਵੇ ਆਪਣੇ ਜਨਮ ਦਿਨ ਦੇ ਉੱਤੇ ਜਾਂ ਕਿਸੇ ਦੇ ਜਨਮ ਦਿਨ ਦੇ ਉੱਤੇ ਨਵੇਂ ਕੱਪੜੇ ਲੈ ਕੇ ਕਿਸੇ ਗਰੀਬ ਨੂੰ ਦਵੋ। ਕਦੀ ਦੇਖ ਕੇ ਦੇਖਿਓ ਉਹਨਾਂ ਦੇ ਚਿਹਰੇ ਦੇ ਉੱਤੇ ਕਿੱਦਾਂ ਦੀ ਮੁਸਕਾਨ ਆਊਗੀ। ਕਦੀ ਤੁਸੀਂ ਦੇਖਿਆ ਹੋਗਾ ਕਿ ਬੱਚੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਚੱਪਲਾਂ ਨਹੀਂ ਆ, ਮੇਰੇ ਡੈਡੀ ਦੱਸਦੇ ਹੁੰਦੇ ਸੀ, ਕਹਿੰਦੇ ਪਿੰਡਾਂ ਦੇ ਵਿੱਚ ਕਹਿੰਦੇ ਅਸੀਂ ਕਹਿੰਦੇ ਕਈ ਵਾਰੀ ਪੱਤੇ ਤੋੜ ਕੇ ਪੈਰਾਂ ਨੂੰ ਬੰਨ੍ਹਦੇ ਹੁੰਦੇ ਸੀ। ਕਈ ਵਾਰੀ ਮੈਂ ਦੇਖਿਆ ਫਿਲਮਾਂ ਦੇ ਵਿੱਚ ਦੇਖਿਆ, ਬੋਤਲਾਂ ਨੂੰ, ਜਿਹੜੀ ਪਲਾਸਟਿਕ ਦੀ ਬੋਤਲਾਂ ਹੁੰਦੀਆਂ ਉਹਨਾਂ ਨੂੰ ਪੈਰਾਂ ਦੇ ਉੱਤੇ ਬੰਨ੍ਹ ਕੇ ਬੱਚੇ ਤੁਰਦੇ ਆ, ਕਿਉਂਕਿ ਉਹਨਾਂ ਕੋਲ ਚੱਪਲਾਂ ਨਹੀਂ ਆ। ਹਾਲੇਲੂਇਆ। ਕਦੀ ਏਦਾਂ ਦੇ ਬੱਚਿਆਂ ਦੀ ਮਦਦ ਕਰਕੇ ਦੇਖੋ, ਕਦੀ ਏਦਾਂ ਦੇ ਲੋਕਾਂ ਦੀ ਮਦਦ ਕਰਕੇ ਦੇਖੋ। ਤੁਹਾਨੂੰ ਪਤਾ ਬਾਈਬਲ 'ਚ ਲਿਖਿਆ ਹੈ, ਕਹਿੰਦੇ ਰੱਜਦਿਆਂ ਨੂੰ ਨਾ ਰਜਾਓ। ਉੱਥੇ ਲਿਖਿਆ ਜਦ ਤੂੰ ਦਾਵਤ ਦੇਵੇ, ਕਹਿੰਦਾ ਤਾਂ ਤੂੰ ਦਾਵਤ, ਕਹਿੰਦਾ ਜਦ ਤੂੰ ਦਿੰਦਾ ਨਾ ਤਾਂ ਹੈ ਕਿ ਤੂੰ ਅਮੀਰ ਅਮੀਰ ਲੋਕਾਂ ਨੂੰ। ਸਾਡੇ ਉੱਥੇ ਨਾ ਇੱਕ ਸਾਡੇ ਪਰਿਵਾਰ ਦੇ ਵਿੱਚ ਮੈਂਬਰ ਸੀ, ਉਹ ਬੜੇ ਉੱਚੇ ਅਹੁਦੇ ਤੇ ਸੀ। ਮੈਂ ਨਾਮ ਨਹੀਂ ਲੈਣਾ ਕਿਉਂਕਿ ਕਦੀ ਨਾ ਕਦੀ ਕੀ ਹੈਗਾ ਕਿ ਸਾਡੀ ਜਿਹੜੀ ਵੀਡੀਓ ਹੈਗੀ ਨਾ ਉਹ ਹੋ ਸਕਦਾ ਉਹਨਾਂ ਨੇ ਸੁਣ ਲਈ ਹੋਵੇ। ਬੜੇ ਉੱਚੇ ਅਹੁਦੇ ਤੇ ਸੀ, ਸਭ ਤੋਂ ਉੱਚੇ ਅਹੁਦੇ ਤੇ। ਉਹਨਾਂ ਨੇ ਆਪਣੇ ਬੇਟੇ ਦਾ ਵਿਆਹ ਕੀਤਾ, ਆਪਣੇ ਰਿਸ਼ਤੇਦਾਰਾਂ ਨੂੰ ਹੀ ਨਹੀਂ ਸੱਦਿਆ, ਸਿਰਫ ਅਮੀਰ ਅਮੀਰ ਲੋਕਾਂ ਨੂੰ ਸੱਦਿਆ। ਹਾਲੇਲੂਇਆ। ਅਸੀਂ ਜਦ ਪਾਰਟੀ ਕਰਦੇ ਹਾਂ ਤਾਂ ਅਮੀਰ ਅਮੀਰ ਲੋਕਾਂ ਨੂੰ ਸੱਦਦੇ ਹਾਂ। ਇੰਡੀਆ ਦੇ ਵਿੱਚ ਤੁਸੀਂ ਦੇਖੋ ਜਦ ਗਰੀਬ ਆਉਂਦੇ ਲੋਕੀ ਉਹਨਾਂ ਨੂੰ ਭਜਾ ਦਿੰਦੇ ਦਬਕੇ ਮਾਰ ਕੇ, ਓਏ ਬਾਅਦ ਚ ਆਇਆ ਭੱਜ ਜਾਓ ਇੱਥੋਂ। ਅਸੀਂ ਅਮੀਰ ਅਮੀਰਾਂ ਨੂੰ ਸੱਦ, ਬਾਈਬਲ ਕਹਿੰਦਾ ਹੈ ਜਦ ਤੂੰ ਦਾਵਤ ਦਿੰਦਾ ਹੈ, ਤੂੰ ਅਮੀਰਾਂ ਨੂੰ ਸੱਦਦਾ ਹੈ, ਰਿਸ਼ਤੇਦਾਰਾਂ ਨੂੰ ਸੱਦ ਕੇ ਉਹਨਾਂ ਨੂੰ ਰੋਟੀ ਖਿਲਾਉਂਦਾ ਹੈ। ਕਹਿੰਦੇ ਫਿਰ ਉਹ ਲੋਕ ਕੀ ਕਰਦੇ ਹਨ, ਫਿਰ ਉਹ ਵੀ ਤੈਨੂੰ ਦਾਵਤ ਦਿੰਦੇ ਹਨ ਔਰ ਤੇਰਾ ਕਰਜ਼ ਉਤਾਰ ਦਿੰਦੇ ਹਨ। ਔਰ ਕਈ ਵਾਰੀ ਆ ਕੇ ਉਹ ਨੁਕਸ ਕਰਦੇ ਹਨ, ਇਹ ਚ ਲੂਣ ਘੱਟ, ਇਹ ਚ ਤੇਜ਼ ਹੋ ਗਿਆ, ਆ ਫਰਾਈ ਨਹੀਂ ਸੀ, ਆ ਏਦਾਂ ਨਹੀਂ ਸੀ, ਆ ਉਦਾਂ ਨਹੀਂ ਸੀ। ਉਹ ਏਦਾਂ ਦੀਆਂ ਗੱਲਾਂ ਕਰਦੇ ਹਨ ਔਰ ਉਹਦੇ ਤੋਂ ਬਾਅਦ ਉਹ ਤੇਰਾ ਕਰਜ਼ ਉਤਾਰ ਦਿੰਦੇ ਹਨ। ਕਹਿੰਦੇ ਪ੍ਰਭੂ ਯਿਸੂ ਕਹਿੰਦੇ, ਪਰਮੇਸ਼ਰ ਯਹੋਵਾ ਕੀ ਕਹਿੰਦਾ, ਕਹਿੰਦਾ ਜਦ ਤੂੰ ਦਾਵਤ ਦੇਵੇ ਤੇ ਕਹਿੰਦਾ ਟੁੰਡਿਆਂ ਨੂੰ, ਲੰਗੜਿਆਂ ਨੂੰ, ਗਰੀਬਾਂ ਨੂੰ, ਭੁੱਖਿਆਂ ਨੂੰ, ਕਹਿੰਦਾ ਇਹਨਾਂ ਨੂੰ ਨਿਯੋਤਾ ਦੇ। ਕਹਿੰਦਾ ਕਿਉਂਕਿ ਜਦ ਆ ਕੇ ਰੋਟੀ ਖਾਣਗੇ, ਜਦ ਆ ਕੇ ਆਪਣਾ ਢਿੱਡ ਭਰਨਗੇ, ਜਦ ਤੁਸੀਂ ਇਹਨਾਂ ਨੂੰ ਵਸਤਰ ਦੋਗੇ ਤਾਂ ਕਹਿੰਦਾ ਆ ਤੁਹਾਡਾ ਕਰਜ਼ਾ ਨਹੀਂ ਉਤਾਰ ਸਕਣਗੇ। ਕਹਿੰਦਾ ਆ ਪਰਮੇਸ਼ਰ ਦਾ ਧੰਨਵਾਦ ਕਰਨਗੇ, ਔਰ ਜਦ ਪਰਮੇਸ਼ਰ ਦਾ ਧੰਨਵਾਦ ਕਰਨਗੇ ਤਾਂ ਬਾਈਬਲ ਕਹਿੰਦਾ ਹੈ ਜਦ ਤੂੰ ਕਿਸੇ ਗਰੀਬ ਨੂੰ ਦੇ ਦਿੱਤਾ ਤਾਂ ਤੂੰ ਯਹੋਵਾ ਨੂੰ ਕਰਜ਼ਾ ਦੇ ਦਿੱਤਾ। ਹਾਲੇਲੂਇਆ। ਤੂੰ ਯਹੋਵਾ ਨੂੰ ਕਰਜ਼ਾ ਦੇ ਦਿੱਤਾ ਹੈ। ਤੂੰ ਕੋਈ ਛੋਟਾ ਮੋਟਾ ਕੰਮ ਨਹੀਂ ਕੀਤਾ, ਤੂੰ ਦੁਨੀਆ ਦੇ ਕਰਤਾਰ ਨੂੰ ਕਰਜ਼ਾ ਦੇ ਦਿੱਤਾ ਹੈ। ਯਿਸੂ ਕਹਿੰਦੇ ਤੂੰ ਕਿਸੇ ਗਰੀਬ ਨੂੰ ਜੇ ਪਾਣੀ ਪਿਲਾਇਆ ਨਾ, ਤੂੰ ਉਹਨੂੰ ਨਹੀਂ ਪਿਲਾਇਆ, ਤੂੰ ਮੈਨੂੰ ਪਾਣੀ ਪਿਲਾਇਆ ਹੈ। ਉਹ ਮਰੀਅਮ ਹੋਰੀ ਉੱਥੇ ਤਰਸਦੀਆਂ ਰਹੀਆਂ ਕਿ ਅਸੀਂ ਉੱਥੇ ਜਾ ਕੇ ਯਿਸੂ ਦੇ ਉੱਤੇ ਉਹ ਮਸਾਲੇ ਲਗਾ ਸਕੀਏ, ਲੇਕਿਨ ਅੱਜ ਜੇ ਤੁਸੀਂ ਕਿਸੇ ਗਰੀਬ ਦੇ ਦਵਾਈ ਲਗਾ ਦਿੱਤੀ ਤਾਂ ਤੁਸੀਂ ਜਾਣ ਲਓ ਤੁਸੀਂ ਯਿਸੂ ਮਸੀਹਾ ਦੀ ਸੇਵਾ ਕਰ ਦਿੱਤੀ ਹੈ। sin of omissions,
ਅਸੀਂ ਕਦੀ ਗੌਰ ਨਹੀਂ ਕੀਤਾ। ਇਹਨਾਂ ਚੀਜ਼ਾਂ ਦੇ ਵੱਲ ਅੱਜ ਤੋਂ ਗੌਰ ਕਰਨਾ ਸ਼ੁਰੂ ਕਰੀਏ। ਪਰਮੇਸ਼ਰ ਬਹੁਤ ਬਰਕਤ ਦੇਵੇਗਾ। ਹਾਂਜੀ, ਅੱਗੇ ਪੜ੍ਹ दीजिए, ਇਹਨੂੰ ਖਤਮ ਕਰ ਰਿਹਾ ਹਾਂ ਬਸ। तब तेरा प्रकाश पो फटने के समान चमकेगा और तू शीघ्र चंगा हो जाएगा। तेरा धर्म तेरे आगे आगे चलेगा और यहोवा तेरे पीछे पीछे तेरी रक्षा करता चलेगा। हालेलुया। कहने जब हालेलुया। तू ऐसा करेगा ਤਾਂ ਤੂੰ ਸੁਣ, ਕਹਿੰਦੇ ਤੇਰਾ ਪ੍ਰਕਾਸ਼ ਸਵੇਰ ਚੜ੍ਹਨ ਦੀ ਤਰ੍ਹਾਂ ਹੋਵੇਗਾ ਔਰ ਤੂੰ ਚੰਗਾ ਹੋ ਜਾਵੇਗਾ। ਤੇਰੀ ਬਿਮਾਰੀਆਂ ਚੰਗੀਆਂ ਹੋ ਜਾਣਗੀਆਂ। ਕਹਿੰਦਾ ਤੇਰਾ ਧਰਮ ਤੇਰੇ ਅੱਗੇ ਤੇਰੀ ਸੁਰੱਖਿਆ ਕਰੇਗਾ ਔਰ ਯਹੋਵਾ ਤੇਰੇ ਪਿੱਛੋਂ ਵੀ ਤੇਰੀ ਰੱਖਿਆ ਕਰੇਗਾ। ਤੂੰ ਅੱਗੇ ਪਿੱਛੋਂ ਸੁਰੱਖਿਤ ਚੱਲੇਗਾ। ਹਾਲੇਲੂਇਆ। ਸੋ ਇਹਨਾਂ ਚੀਜ਼ਾਂ ਦੇ ਵੱਲ ਗੌਰ ਕਰੀ। ਅੱਜ ਸਾਡੇ ਪਰਮੇਸ਼ਰ ਨੇ ਸਾਨੂੰ ਇੱਕ ਨਵੀਂ ਸਿੱਖਿਆ ਦਿੱਤੀ ਹੈ, ਇੱਕ ਨਵੀਂ ਚੀਜ਼ ਸਿਖਾਈ ਹੈ। ਉਹ ਚੀਜ਼ ਸਿਖਾਈ ਹੈ। ਦੇਖੋ ਕਿੰਨਾ ਚੰਗਾ ਹੈ ਸਾਡਾ ਪਰਮੇਸ਼ਰ, ਉਹਦਾ ਧੰਨਵਾਦ ਕਰੀਏ ਕਿ ਉਹ ਉਸ ਤਰ੍ਹਾਂ ਦੇ ਚੀਜ਼ਾਂ ਸਾਨੂੰ ਅੱਜ ਸਿਖਾਉਣਾ ਸ਼ੁਰੂ ਹੋ ਗਿਆ ਹੈ ਜੋ ਸਾਨੂੰ ਪਤਾ ਹੀ ਨਹੀਂ ਸੀ। ਉਹ ਸਾਡੇ ਉੱਤੇ ਹੋਰ ਪ੍ਰਕਾਸ਼ ਦੇ ਰਿਹਾ ਹੈ ਤਾਂ ਕਿ ਅਸੀਂ ਹੋਰ ਜ਼ਿਆਦਾ ਸਿੱਖ ਸਕੀਏ ਔਰ ਉਹਦੇ ਵਿੱਚ ਵੱਧਦੇ ਜਾਈਏ ਸਿੱਧਤਾ ਦੀ ਔਰ, ਤਾਂ ਕਿ ਜਦ ਉਹ ਆਵੇ ਅਸੀਂ ਉਹਦੇ ਨਾਲ ਜਾ ਸਕੀਏ। ਹਾਲੇਲੂਇਆ। हालेलुया। ਪਰਮੇਸ਼ਰ ਦੇ ਲੋਕੋ, ਅੱਜ ਤੋਂ ਰਿਪੈਂਟ ਕਰੀਏ ਇਸ ਚੀਜ਼ ਨੂੰ ਲੈ ਕੇ ਵੀ ਕਿ ਪਰਮੇਸ਼ਰ, ਜਦ ਰਾਤ ਬਿਸਤਰ ਤੇ ਜਾਂਦੇ ਹੋ ਤਾਂ ਪ੍ਰਾਰਥਨਾ ਏਦਾਂ ਕਰੀਏ, ਪਰਮੇਸ਼ਰ ਮੈਨੂੰ ਮਾਫ ਕਰੀਏ, ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਮੈਂ ਉਹ ਗੁਨਾਹ ਕੀਤੇ ਔਰ ਜੋ ਮੈਨੂੰ ਕਰਨਾ ਚਾਹੀਦਾ ਸੀ ਮੈਂ ਉਹ ਨਹੀਂ ਕੀਤਾ, ਆ ਵੀ ਗੁਨਾਹ ਕੀਤਾ, ਮੈਨੂੰ ਮਾਫ ਕਰ। ਔਰ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਜੋ ਤੁਹਾਡੇ ਕੋਲ ਹੁੰਦਾ ਹੈ, ਜੋ ਤੁਹਾਡੇ ਕੋਲ ਹੋ ਸਕਦਾ ਹੈ ਉਹ ਕਰ दीजिए। ਹਾਲੇਲੂਇਆ। हालेलुया। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇਗਾ। ਹਾਲੇਲੂਇਆ। ਸੋ ਆइए ਅਸੀਂ ਲਾਸਟ ਪ੍ਰਾਰਥਨਾ ਮੇਰੀ ਮਦਰ ਦੇ ਨਾਲ ਕਰਾਂਗੇ, ਉਹਦੇ ਤੋਂ ਬਾਅਦ ਅਸੀਂ ਇਸ ਮੀਟਿੰਗ ਨੂੰ ਸਮਾਪਤ। पवित्र 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 सेनाओं के यहोवा यीशु नासरी प्यारे प्रभु खुदा बाप, मैं आपका धन्यवाद करती हूँ इन सुंदर वचनों के लिए जो आपने अपने बेटे के द्वारा, अपने दास के द्वारा हमें दिए। पिता परमेश्वर, हम इन पर चलने वाले बने और सुनने वाले ना बने। पिता परमेश्वर खुदा बाप, हमें हिम्मत ताकत दे कि हम इन वचनों को पूरा करें पिता परमेश्वर, ताकि तेरे स्वर्ग राज्य के लिए तैयार हों और तेरे स्वर्ग राज्य से हम आशीष पाएं। पिता परमेश्वर, तू सचमुच महान है पिता परमेश्वर, जो हमारी कमियां हैं तू हमें उजागर करता है पिता परमेश्वर। तेरा धन्यवाद करती हूँ पिता परमेश्वर। सारियां बरकतां सारी भलाइयां ਲਈ ਤੁਹਾਡਾ ਧੰਨਵਾਦ ਕਰਦੇ ਹਾਂ पिता परमेश्वर। अपने बेटे ਨੂੰ ਹੋਰ प्रकाशन दे पिता परमेश्वर, ताकि ये पवित्र आत्मा से सीख के हमें सिखाए पिता परमेश्वर और अपने बेटे को दुनिया के कोने कोने तक इस्तेमाल कर मेरे यहोवा परमेश्वर। तेरी बेटी की यही एक इच्छा है पिता परमेश्वर कि मैं अपने बेटे को दुनिया के छोर तक पिता परमेश्वर तेरा गवाह ठहराती हूँ पिता परमेश्वर। ये दुनिया के छोर तक तेरा वचन लेके जाए पिता परमेश्वर। पिता परमेश्वर, दया करना, सबका भला करना। जितने लोग जूम के साथ जुड़े हैं प्रभु जी, उन सब परिवारों पर अपनी दया करना पिता परमेश्वर, और लोगों को प्रभु जी इनके साथ जोड़ो पिता परमेश्वर, ताकि वो भी स्वर्ग राज्य के लिए तैयार हो पिता परमेश्वर। दया करना, वचन करते हुए कोई गलती गुनाह हो गए माफ करना मेरे अब्बा पिता परमेश्वर। मंगनो कुछ भूल गई हो तो दे पिता परमेश्वर। सब कुछ ਤੁਹਾਡੇ पाक पितर मीठे सच्चे नाम च मंगदी हां, सुनते कबूल कर। आमीन। आमीन। सो ਸਭ ਨੂੰ ਜੈ ਮਸੀਹ ਕੀ। ਜੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵਿੱਚ ਦੇਰੀ ਹੋਈ ਤਾਂ ਅਸੀਂ ਅਗਲੇ ਹਫਤੇ ਫਿਰ ਇਸੇ ਤਰ੍ਹਾਂ ਮਿਲਾਂਗੇ। ਜੇ ਪ੍ਰਭੂ ਯਿਸੂ ਮਸੀਹ ਜੀ ਅੱਜ ਰਾਤ ਜਾਂ ਕਿਸੇ ਵੀ ਰਾਤ ਪਹਿਲੋਂ ਆ ਗਏ ਤਾਂ ਤਿਆਰ ਰਹੀਏ, ਤਾਂ ਕਿ ਅਸੀਂ ਉਹਦੇ ਨਾਲ ਸਵਰਗ ਜਾਣ ਵਾਲੇ। ਹਾਲੇਲੂਇਆ। ਫਿਰ ਅਸੀਂ ਸਵਰਗ ਦੇ ਵਿੱਚ ਮਿਲਾਂਗੇ। ਸਭ ਨੂੰ ਜੈ ਮਸੀਹ। ਖਿਆਲ ਰੱਖੋ।